ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਯੁਵਰਾਜ ਸਿੰਘ ਅੱਜ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਗਣਿਤ ਦੇ ਵਿੱਚ ਜੋ ਸਾਡਾ ਯੂਨਿਟ ਹੈ ਅੰਕੜਾ ਵਿਗਿਆਨ, ਜਿਸ ਨੂੰ ਅਸੀਂ ਸਟੈਟਿਕਸ ਬੋਲ ਦਿੰਦੇ ਹਾਂ। ਪਹਿਲਾਂ ਮੈਂ ਦੱਸਣਾ ਚਾਹੂँਗਾ ਕਿ ਅੰਕੜੇ ਦਾ ਕੀ ਮਤਲਬ ਹੈ। ਮਤਲਬ ਇਹ ਵਿਗਿਆਨ ਮੀਨਸ ਇੱਕ ਮੈਥ ਦੀ ਇੱਕ ਬ੍ਰਾਂਚ ਹੈ। ਇਸ ਦਾ ਕੀ ਸੰਬੰਧ ਹੈ, ਮਤਲਬ ਇਹ ਅੰਕੜਾ ਸ਼ਬਦ ਜਿਹੜਾ ਉਹ ਕਿੱਥੋਂ ਨਿਕਲ ਕੇ ਆਇਆ। ਦੇਖੋ, ਤੁਸੀਂ ਵੀ ਅਵੇਅਰ ਹੋ ਇਸ ਚੀਜ਼ ਬਾਰੇ ਕਿ ਘਰਾਂ ਦੇ ਵਿੱਚ ਜਦੋਂ ਵੋਟਾਂ ਦਾ ਕੰਮ ਚੱਲਦਾ ਹੁੰਦਾ ਹੈ ਤਾਂ ਉਦੋਂ BLO ਘਰ ਘਰ ਜਾ ਕੇ ਉਹ ਅੰਕੜੇ ਇਕੱਠੇ ਕਰਦੇ ਹੁੰਦੇ ਆ। ਇਸ ਘਰ ਦੇ ਵਿੱਚ ਮਤਲਬ ਕਿੰਨੇ ਜੈਂਟਸ ਨੇ, ਕਿੰਨੀਆਂ ਲੇਡੀਜ਼ ਨੇ, ਕਿੰਨੇ ਜਿਹੜੇ 18 ਸਾਲ ਤੋਂ ਉੱਪਰ ਦੇ ਹੋ ਚੁੱਕੇ ਆ, ਕਿੰਨਿਆਂ ਦੀ ਵੋਟ ਬਣ ਚੁੱਕੀ ਹੈ, ਕਿੰਨਿਆਂ ਦੀ ਵੋਟ ਨਹੀਂ ਬਣੀ ਹੈ। ਸੋ ਇਸ ਤਰ੍ਹਾਂ ਦੇ ਜਦੋਂ ਮਤਲਬ ਡਾਟਾ ਇਕੱਠਾ ਕਰ ਲੈਂਦੇ ਆ, ਉਸ ਨੂੰ ਅਸੀਂ ਅੰਕੜੇ ਕਹਿ ਦਿੰਦੇ ਹਾਂ। ਔਰ ਉਹ ਵਰਗੀਕ੍ਰਿਤ ਨਹੀਂ ਹੁੰਦਾ, ਮਤਲਬ ਉਹਦੇ ਤੋਂ ਕੋਈ ਇਨਫੋਰਮੇਸ਼ਨ ਨਿਕਲ ਕੇ ਨਹੀਂ ਆਉਂਦੀ। ਜਦੋਂ ਉਸ ਨੂੰ ਸੌਟ ਆਊਟ ਕਰ ਲੈਂਦੇ ਆ, ਸੌਟ ਆਊਟ ਕਿੱਦਾਂ ਕਰਨਾ ਹੁੰਦਾ ਕਿ ਇਸ ਪਿੰਡ ਦੇ ਵਿੱਚ ਇੰਨੇ ਘਰ ਨੇ, ਇੰਨੇ ਘਰਾਂ ਦੇ ਵਿੱਚੋਂ ਕੋਈ ਇਨਫੋਰਮੇਸ਼ਨ ਨਿਕਲ ਕੇ ਆਉਂਦੀ ਹੈ ਜਿਸ ਦੇ ਵਿੱਚੋਂ ਕਿ ਇੰਨਿਆਂ ਦੀ ਵੋਟ ਜਿਹੜੀ ਹੈ ਬਣ ਚੁੱਕੀ ਹੈ, ਇੰਨੇ ਜਿਹੜੇ ਵੋਟ ਬਣ ਤੋਂ ਰਹਿੰਦੇ ਆ। ਜਦੋਂ ਸਾਨੂੰ ਉਹਦੇ ਤੋਂ ਕੋਈ ਸੂਚਨਾ ਮਿਲਣੀ ਸ਼ੁਰੂ ਹੋ ਜਾਂਦੀ ਹੈ ਤਾਂ ਫਿਰ ਉਹ ਵਰਗੀਕ੍ਰਿਤ ਅੰਕੜੇ ਜਿਹੜੇ ਆ ਹੋ ਜਾਂਦੇ ਆ। ਇਹਨੂੰ ਅਸੀਂ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਤੁਸੀਂ 9th ਦੇ ਵਿੱਚ ਮਤਲਬ ਇਹਦੇ ਬਾਰੇ ਥੋੜ੍ਹਾ ਬਹੁਤਾ ਪੜ੍ਹ ਚੁੱਕੇ ਹੋ। ਔਰ ਇਹਨੂੰ ਅਸੀਂ ਕਰਨ ਦੇ ਲਈ ਵੱਖਰੀਆਂ ਵੱਖਰੀਆਂ ਟੈਕਨੀਕਸ ਨੇ ਜਿਸ ਦੇ ਨਾਲ ਸਾਡੇ ਕੋਲੋਂ ਇਨਫੋਰਮੇਸ਼ਨ ਨਿਕਲ ਕੇ ਆਉਂਦੀ ਹੈ। ਜਿਵੇਂ ਸਪੋਜ਼ ਕਰੋ ਕਿਸੇ ਫੈਕਟਰੀ ਦੇ ਵਿੱਚ ਮਜ਼ਦੂਰ ਨੇ ਔਰ ਉਹ ਇਨਕਮ ਲੈ ਰਹੇ ਨੇ 50 ਮਜ਼ਦੂਰ ਨੇ, ਕੋਈ 100 ਤੋਂ 120 ਰੁਪਏ ਲੈ ਰਿਹਾ ਹੈ, ਕੋਈ 120 ਤੋਂ 140 ਰੁਪਏ ਲੈ ਰਿਹਾ ਹੈ, ਕੋਈ 140 ਤੋਂ 160 ਰੁਪਏ ਲੈ ਰਿਹਾ ਹੈ। ਤਾਂ ਫਿਰ ਅਸੀਂ ਉਹਦੇ ਵਿੱਚ ਇਹ ਦੱਸਣਾ ਹੋਵੇ ਕਿ ਵਿਚਕਾਰਲਾ ਮੁੱਲ ਕੀ ਆ, ਮਤਲਬ ਸੈਂਟਰਲ ਵੈਲਿਊ ਜੋ ਸਾਰਿਆਂ ਨੂੰ ਮਿਲਣਯੋਗ ਹੈ, ਉਹ ਕਿੰਨੇ ਪੈਸੇ ਜਿਹੜੇ ਮਿਲਦੇ ਪਏ ਆ। ਸੋ ਇਹਨਾਂ ਚੀਜ਼ਾਂ ਨੂੰ ਹੱਲ ਕਰਨ ਦੇ ਲਈ ਸਾਡੇ ਕੋਲ ਇਹਦੇ ਵਿੱਚ ਕੀ ਹੁੰਦਾ ਹੈ, ਉਹਨੂੰ ਮੱਧਮਾਨ ਜਾਂ ਮੀਨ ਬੋਲ ਦਿੰਦੇ ਆ। ਮੱਧਮਾਨ ਜਾਂ ਮੀਨ ਹੁੰਦਾ। ਮੱਧਮਾਨ ਮੀਨ ਦਾ ਮਤਲਬ ਉਹੀ ਵਿਚਕਾਰਲਾ ਮੁੱਲ, ਜਿੱਥੋਂ ਸਾਨੂੰ ਮਤਲਬ ਇਹ ਪਤਾ ਲੱਗ ਜਾਂਦਾ ਹੈ ਕਿ ਇੱਥੇ ਜੋ ਕੰਮ ਕਰ ਰਹੇ ਨੇ ਉਹਨਾਂ ਦਾ ਜੋ ਮਤਲਬ ਘੱਟੋ ਘੱਟ ਜੋ ਉਹਨਾਂ ਨੂੰ ਮੁੱਲ ਹੈ, ਜੋ ਸਾਰਿਆਂ ਨੂੰ ਮਿਲਣਯੋਗ ਹੈ, ਉਹ ਕਿੰਨਾ ਹੈਗਾ। ਉਹ ਚੀਜ਼ ਸਾਨੂੰ ਇੱਥੋਂ ਜਿਹੜੀ ਆ ਕਲੀਅਰ ਹੋਣੀ ਸ਼ੁਰੂ ਹੋ ਜਾਂਦੀ ਹੈ। 9th ਦੇ ਵਿੱਚ ਇੱਕ ਕੁਐਸਚਨ ਆਉਂਦਾ ਸੀ ਜਦੋਂ ਫ੍ਰੀ ਡਾਟਾ ਸੀਗਾ। ਮੈਂ ਇੱਕ ਕੁਐਸਚਨ ਲੈ ਰਿਹਾ, ਸਪੋਜ਼ ਕਰੋ ਕੁਐਸਚਨ ਹੈ ਕਿ ਸਾਡੇ ਕੋਲ ਕਿਸੇ ਖਿਡਾਰੀ ਨੇ 10 ਫੁੱਟਬਾਲ ਮੈਚ ਵਿੱਚ ਹੇਠ ਲਿਖੇ ਅਨੁਸਾਰ ਗੋਲ ਕੀਤੇ। 10 ਮੈਚ ਨੇ ਤੇ ਉਹ ਗੋਲ ਕਰ ਰਿਹਾ। ਪਹਿਲੇ ਮੈਚ ਦੇ ਵਿੱਚ ਉਹਨੇ 2 ਗੋਲ ਕੀਤੇ, ਫਿਰ ਉਹਨੇ 3 ਕੀਤੇ, ਫਿਰ 1, ਫਿਰ ਕੋਈ ਨਹੀਂ ਕੀਤਾ, ਫਿਰ 2, 3, 4 ਇਸ ਤਰ੍ਹਾਂ ਉਹਨੇ ਗੋਲ ਕੀਤੇ ਆ। ਅਤੇ ਅਸੀਂ ਮੱਧਮਾਨ ਪਤਾ ਕਰਨਾ ਹੈ। ਮੱਧਮਾਨ ਦਾ ਮਤਲਬ ਕਿ ਐਵਰੇਜ ਕੀ ਨਿਕਲ ਕੇ ਆਉਂਦੀ ਹੈ। ਹਾਂ, ਇਹਨੂੰ ਅਸੀਂ ਐਵਰੇਜ ਵੀ ਕਹਿ ਸਕਦੇ ਹਾਂ। ਔਸਤ ਬਾਰੇ ਤੁਸੀਂ ਸਾਰੇ ਅਵੇਅਰ ਹੋ। ਤੁਸੀਂ ਕ੍ਰਿਕਟ ਦੇ ਵਿੱਚ ਵੀ ਔਸਤ ਬਾਰੇ ਸੁਣਿਆ ਹੋਇਆ ਕਿ ਉਹ ਮੈਚਾਂ ਨੂੰ ਮਤਲਬ ਡਿਵਾਈਡ ਕਰਕੇ ਉਹਦੇ ਵਿੱਚ ਟੋਟਲ ਰਨਸ ਦੇ ਨਾਲ ਮਤਲਬ ਕੱਢ ਲੈਂਦੇ ਆ ਕਿ ਪ੍ਰਤੀ ਮੈਚ ਇਸ ਦੀ ਐਵਰੇਜ ਕੀ ਹੈਗੀ ਆ, ਕਿੰਨੇ ਸਕੋਰ ਜਿਹੜੇ ਆ ਉਹ ਹਰੇਕ ਮੈਚ ਦੇ ਹਿਸਾਬ ਨਾਲ ਇਹਦੇ ਬਣਦੇ ਆ। ਇੱਥੇ ਅਸੀਂ ਕਿੱਦਾਂ ਫਾਈਂਡ ਆਊਟ ਕਰਨਾ ਹੈ। ਦੇਖੋ, ਜਿੰਨੇ ਗੋਲ ਦਿੱਤੇ ਹੋਏ ਆ ਸਾਰਿਆਂ ਨੂੰ ਅਸੀਂ ਕੀ ਕਰ ਲੈਣਾ, ਜੋੜ ਲੈਣਾ। 2 + 3 + 1 ਸਾਰਿਆਂ ਨੂੰ ਅਸੀਂ ਪਲੱਸ ਦੀ ਫਾਰਮ 'ਚ ਲਿਖ ਲਿਆ। ਅਤੇ ਕਿੰਨੇ ਨੇ ਸਾਡੇ ਕੋਲ 10 ਨੇ, ਉੱਪਰ ਵੀ 10 ਦਿੱਤਾ ਸੀ। ਅਸੀਂ ਇਹਨੂੰ ਕਾਊਂਟ ਕਰਾਂਗੇ ਤਾਂ ਵੀ ਇਹ ਕਿੰਨੇ ਨੇ ਸਾਡੇ ਕੋਲ 10 ਮੈਚਾਂ ਦੇ ਗੋਲ ਬਣਦੇ ਨੇ। ਇਹਨੂੰ 10 ਦੇ ਨਾਲ ਅਸੀਂ ਕੀ ਕਰਨਾ, ਡਿਵਾਈਡ ਕਰ ਦੇਣਾ। ਅਤੇ ਤੁਸੀਂ ਇਹਨੂੰ ਡਿਵਾਈਡ ਕਰੋਗੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ, 22/10 = 2.2 ਆ ਜਾਏਗਾ। ਸੋ ਇਹ ਸੀਗਾ ਮੱਧਮਾਨ ਦਾ ਤਰੀਕਾ ਜੋ ਅਸੀਂ 9th ਕਲਾਸ ਤੱਕ ਕਰਦੇ ਸੀ, ਜਦੋਂ ਸਾਡੇ ਕੋਲ ਮਤਲਬ ਫ੍ਰੀ ਡਾਟਾ ਹੁੰਦਾ ਸੀਗਾ। ਜਦੋਂ ਡਾਟਾ ਸਾਡੇ ਕੋਲੋਂ ਸੀਕੁਐਂਸ਼ੀਅਲ ਆਰਡਰ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ, ਕੋਈ ਸੀਰੀਜ਼ ਬਣਨੀ ਸ਼ੁਰੂ ਹੋ ਗਈ, ਅਤੇ ਉਦੋਂ ਇਹਦੇ ਜਿਹੜੇ ਫਾਰਮੂਲੇ ਆ ਉਹ ਚੇਂਜ ਹੋ ਜਾਂਦੇ ਆ। ਇੱਕ ਕੁਐਸਚਨ ਤੁਹਾਡੇ ਸਾਹਮਣੇ ਰੱਖਦੇ ਹਾਂ, ਫਿਰ ਤੁਹਾਨੂੰ ਉਹਦੇ ਬਾਰੇ ਆਈਡੀਆ ਹੋਏਗਾ। ਕੁਐਸਚਨ ਹੈ, ਵਿਦਿਆਰਥੀਆਂ ਦੇ ਇੱਕ ਸਮੂਹ ਦੁਆਰਾ ਆਪਣੇ ਵਾਤਾਵਰਨ ਚੇਤਨਾ ਅਭਿਆਨ ਦੇ ਅਧੀਨ ਇੱਕ ਸਰਵੇਖਣ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਇੱਕ ਮੁਹੱਲੇ ਦੇ 20 ਘਰਾਂ ਵਿੱਚ ਲੱਗੇ ਪੌਦਿਆਂ ਨਾਲ ਸੰਬੰਧਿਤ ਹੇਠਾਂ ਲਿਖੇ ਅੰਕੜੇ ਇਕੱਠੇ ਕੀਤੇ। ਪ੍ਰਤੀ ਘਰ ਦੀ ਮੱਧਮਾਨ ਪੌਦਿਆਂ ਦੀ ਸੰਖਿਆ ਪਤਾ ਕਰੋ। ਇਹ ਕੀ ਹੈ, ਅੰਕੜੇ ਇਕੱਠੇ ਕੀਤੇ ਗਏ ਵਿਦਿਆਰਥੀਆਂ ਦੁਆਰਾ। ਉਹਨਾਂ ਨੇ ਕੀ ਕੀਤਾ ਕਿ
ਹਰੇਕ ਘਰ ਮਤਲਬ ਉਹ ਗਏ ਹੋਣਗੇ, ਉਹਨਾਂ ਨੇ ਪੁੱਛਿਆ ਕਿ ਤੁਹਾਡੇ ਘਰ 'ਚ ਕਿੰਨੇ ਪੌਦੇ ਆ। ਫਿਰ ਅਗਲੇ ਘਰ 'ਚ ਗਏ ਤੇ ਉਹਨਾਂ ਨੇ ਦੇਖਿਆ ਕਿ 0 ਤੋਂ 2 ਦੇ ਵਿੱਚ ਮਤਲਬ ਜਿਹੜੇ ਘਰਾਂ 'ਚ ਪੌਦੇ ਸੀਗੇ ਉਹ ਕਿੰਨੇ ਘਰ ਸੀਗੇ, ਇੱਕ ਘਰ ਸੀਗਾ। 2 ਤੋਂ 4 ਦੇ ਵਿੱਚ ਜਿਹੜੇ ਪੌਦੇ ਸੀਗੇ ਉਹ ਕਿੰਨੇ ਘਰਾਂ ਦੇ ਵਿੱਚ ਨੇ, 2 ਘਰਾਂ ਦੇ ਵਿੱਚ ਨੇ। ਇਸ ਤਰ੍ਹਾਂ ਉਹਨਾਂ ਨੇ ਇਹ ਜਿਹੜੇ ਅੰਕੜੇ ਆ ਉਹ ਇਕੱਠੇ ਕਰ ਲਏ ਤੇ ਅਸੀਂ ਫਾਈਂਡ ਆਊਟ ਕੀ ਕਰਨਾ ਹੈ, ਮੱਧਮਾਨ ਮਤਲਬ ਸੈਂਟਰਲ ਵੈਲਿਊ ਕੀ ਆ, ਪ੍ਰਤੀ ਘਰ ਕਿੰਨੇ ਪੌਦੇ ਜਿਹੜੇ ਆ ਸਾਡੇ ਕੋਲ ਸਾਹਮਣੇ ਆ ਰਹੇ ਆ। ਔਰ ਇਹਨੂੰ ਕਰਨ ਦੇ ਮੈਂ ਦੱਸ ਦੇਵਾਂ 3 ਤਰੀਕੇ ਆ, 3 ਮੈਥਡਸ ਨੇ। ਪਹਿਲੀ ਵਿਧੀ ਹੈ ਇਹਦੇ ਵਿੱਚ ਪ੍ਰਤੱਖ ਵਿਧੀ, ਜਿਸ ਨੂੰ ਅਸੀਂ ਡਾਇਰੈਕਟ ਮੈਥਡ ਬੋਲ ਦਿੰਦੇ। ਸਿੰਬਲਸ ਬਾਰੇ ਮੈਂ ਤੁਹਾਨੂੰ ਕੁਐਸਚਨ ਦੇ ਵਿੱਚ ਨਾਲ ਦੀ ਨਾਲ ਕਲੀਅਰ ਕਰੀ ਜਾਊਂਗਾ। ਇੱਥੇ ਸਿਰਫ ਮੈਂ 3 ਮੈਥਡਸ ਦੱਸ ਰਿਹਾ, ਉਹਨਾਂ ਦੇ ਨਾਮ ਦੱਸ ਰਿਹਾ। ਪ੍ਰਤੱਖ ਵਿਧੀ ਹੁੰਦੀ ਹੈ, ਡਾਇਰੈਕਟ ਮੈਥਡ, ਫਿਰ ਸਾਡੇ ਕੋਲ ਅਜ਼ਿਊਮਡ ਮੀਨ ਮੈਥਡ ਹੈ। ਇਸ ਨੂੰ ਕਹਿੰਦੇ ਆ ਕਾਲਪਨਿਕ ਮੱਧਮਾਨ ਦੇ ਦੁਆਰਾ ਅਸੀਂ ਮੱਧਮਾਨ ਜਿਹੜਾ ਲੱਭਣਾ ਹੁੰਦਾ ਹੈ। ਅਤੇ ਨੈਕਸਟ ਮੈਥਡ ਹੈ ਸਾਡੇ ਕੋਲ ਇਸ ਦੇ ਵਿੱਚ ਪਗ ਵਿਚਲਨ ਵਿਧੀ, ਸਟੈਪ ਡੈਵੀਏਸ਼ਨ ਮੈਥਡ। ਇਹ 3 ਮੈਥਡਸ ਨੇ ਜਿਹਦੇ ਨਾਲ ਅਸੀਂ ਮੀਨ ਜਿਹੜਾ ਮੱਧਮਾਨ ਜਿਹੜਾ ਉਹ ਫਾਈਂਡ ਆਊਟ ਕਰ ਸਕਦੇ ਹਾਂ। ਡਿਪੈਂਡ ਕਰਦਾ ਹੈ ਕਿ ਕੁਐਸਚਨ ਦੇ ਅਕੋਰਡਿੰਗ ਕਿਹੜਾ ਸੂਟੇਬਲ ਹੈ। ਦੇਖੋ ਇਹ 2 ਮੈਥਡਸ ਮੇਨਲੀ ਇਸ ਕਰਕੇ ਬਣੇ ਨੇ, ਜਦੋਂ ਕੈਲਕੂਲੇਸ਼ਨ ਜਿਹੜੀ ਆ ਉਹ ਜ਼ਿਆਦਾ ਲੰਬੀ ਹੋਣੀ ਸ਼ੁਰੂ ਹੋ ਜਾਵੇ, ਅੰਕੜੇ ਬਹੁਤ ਵੱਡੇ ਆਉਣੇ ਸ਼ੁਰੂ ਹੋ ਗਏ ਆ, ਤਾਂ ਉਦੋਂ ਸਾਨੂੰ ਅਜ਼ਿਊਮਡ ਮੀਨ ਮੈਥਡ ਇਹ ਵਾਲਾ ਕਾਲਪਨਿਕ ਮੱਧਮਾਨ ਵਾਲਾ ਤਰੀਕਾ ਜਾਂ ਪਗ ਵਿਚਲਨ ਵਿਧੀ ਵਾਲਾ ਮੈਥਡ ਜਿਹੜਾ ਅਪਲਾਈ ਕਰਨ ਦੇ ਵਿੱਚ ਸਾਡੀ ਕੈਲਕੂਲੇਸ਼ਨ ਸੌਖੀ ਰਹੇਗੀ। ਪਰ ਜੇਕਰ ਸਾਡੇ ਕੋਲ ਅੰਕੜੇ ਛੋਟੇ ਨੇ ਤਾਂ ਫਿਰ ਉੱਥੇ ਅਸੀਂ ਪ੍ਰਤੱਖ ਵਿਧੀ ਜਿਹੜੀ ਆ ਉਹ ਅਪਲਾਈ ਕਰ ਲੈਂਦੇ ਹਾਂ। ਮੈਂ 3 ਵਿਧੀਆਂ ਜਿਹੜੀਆਂ ਤੁਹਾਡੇ ਨਾਲ ਡਿਸਕਸ ਕਰਾਂਗਾ, 1 ਬਾਏ 1 ਆਪਾਂ ਉਹਨਾਂ ਨੂੰ ਡਿਸਕਸ ਕਰਦੇ ਹਾਂ। ਕੁਐਸਚਨ ਉਹੀ ਹੈ ਸਾਡੇ ਕੋਲ ਵਿਦਿਆਰਥੀਆਂ ਦੇ ਸਮੂਹ ਵਾਲਾ, ਅਤੇ ਇਹ ਸਾਡੇ ਕੋਲ ਇਹ ਟੇਬਲ ਮਤਲਬ ਇਹ 2 ਚੀਜ਼ਾਂ ਦਿੱਤੀਆਂ ਹੋਈਆਂ ਨੇ। ਇਹਨੂੰ ਅਸੀਂ ਹੱਲ ਕਰਦੇ ਹਾਂ। ਇਹ ਦੇਖਦੇ ਹਾਂ ਕਿ ਇਹ ਆ ਸਾਡੇ ਕੋਲ ਇਹਨੂੰ ਹੱਲ ਕਰਨ ਦਾ ਤਰੀਕਾ। ਪ੍ਰਤੱਖ ਵਿਧੀ ਦੇ ਨਾਲ ਇਹਨੂੰ ਕਰਨ ਜਾ ਰਹੇ ਹਾਂ। ਦੇਖੋ 2 ਚੀਜ਼ਾਂ ਇਹਦੇ ਵਿੱਚ ਦਿੱਤੀਆਂ ਹੋਈਆਂ ਸੀ, ਪੌਦਿਆਂ ਦੀ ਸੰਖਿਆ ਜੋ ਉਸ ਕੁਐਸਚਨ ਦੇ ਵਿੱਚ ਦਿੱਤੀ ਹੋਈ ਹੈ ਸਾਨੂੰ, ਅਤੇ ਘਰਾਂ ਦੀ ਸੰਖਿਆ ਜਿਹੜੀ ਹੈ ਸਾਨੂੰ ਦਿੱਤੀ ਹੋਈ ਹੈ। ਇੱਥੇ ਮੈਂ FI ਲਿਖਿਆ ਹੈ। FI ਬਾਰੇ ਦੱਸ ਦਵਾਂ ਥੋੜ੍ਹਾ ਜਿਹਾ। F ਸਿੰਬਲਸ ਦਾ ਮਤਲਬ ਹੈ ਇੱਥੇ ਫ੍ਰੀਕੁਐਂਸੀ। ਫ੍ਰੀਕੁਐਂਸੀ ਨੂੰ ਪੰਜਾਬੀ ਦੇ ਵਿੱਚ ਬਾਰੰਬਾਰਤਾ ਕਹਿੰਦੇ ਆ। ਮਤਲਬ ਕੋਈ ਚੀਜ਼ ਕਿੰਨੀ ਵਾਰੀ ਆ ਰਹੀ ਹੈ। ਇੰਨੇ ਪੌਦੇ ਜਿਹੜੇ ਆ ਉਹ ਕਿੰਨੀ ਵਾਰੀ ਆਏ, ਸਾਡੇ ਕੋਲ 1 ਵਾਰੀ ਆਏ ਸੀ। 2 ਤੋਂ 4 ਤੱਕ ਪੌਦੇ ਜਿਹੜੇ ਆ ਉਹ ਕਿੰਨੀ ਵਾਰੀ ਆਏ ਨੇ, ਸਾਡੇ ਕੋਲ ਉਹ 2 ਵਾਰੀ ਆਏ ਸੀਗੇ। ਇਸ ਚੀਜ਼ ਨੂੰ ਅਸੀਂ ਫ੍ਰੀਕੁਐਂਸੀ ਬੋਲ ਦਿੰਦੇ ਹਾਂ ਜਾਂ ਇਸ ਨੂੰ ਬਾਰੰਬਾਰਤਾ ਬੋਲ ਦਿੰਦੇ ਹਾਂ। ਤੁਸੀਂ ਲੋਅਰ ਕਲਾਸਿਸ ਦੇ ਵਿੱਚ ਇੱਕ ਕੁਐਸਚਨ ਕੀਤਾ ਹੋਊਗਾ, ਤੁਹਾਨੂੰ ਯਾਦ ਹੋਏਗਾ, ਜਿਸ ਦੇ ਵਿੱਚ ਬਲੱਡ ਗਰੁੱਪ ਦਿੱਤੇ ਹੋਏ ਸੀ AB O AB, ਇਸ ਤਰ੍ਹਾਂ ਕਰਕੇ ਬਲੱਡ ਗਰੁੱਪ ਦਿੱਤੇ ਹੋਏ ਸੀ ਵੱਖੋ ਵੱਖਰੇ, ਅਤੇ ਤੁਹਾਨੂੰ ਕਿਹਾ ਗਿਆ ਸੀ ਕਿ ਇਸ ਦੀ ਟੈਲੀ ਬਣਾਓ, ਮਿਲਾਨ ਚਿੰਨ੍ਹ ਬਣਾਓ ਅਤੇ ਇਸ ਦਾ ਬਾਰੰਬਾਰਤਾ ਕਰੋ। ਅਤੇ ਤੁਸੀਂ ਕੀ ਕੀਤਾ ਸੀ, ਉਸ ਦੇ ਵਿੱਚ A ਕਿੰਨੀ ਵਾਰੀ ਆਇਆ ਸੀ ਲਿਖਿਆ ਸੀ, ਉਸ ਦੇ ਬਾਅਦ B ਬਲੱਡ ਗਰੁੱਪ ਕਿੰਨੀ ਵਾਰੀ ਆਇਆ, ਫਿਰ AB ਕਿੰਨੀ ਵਾਰੀ ਆਇਆ। ਔਰ ਇਹ ਜਿਹੜਾ ਕਿੰਨੀ ਵਾਰੀ ਆ ਰਿਹਾ ਵਾ ਇਸ ਨੂੰ ਅਸੀਂ ਫ੍ਰੀਕੁਐਂਸੀ ਜਾਂ ਬਾਰੰਬਾਰਤਾ ਬੋਲ ਦਿੰਦੇ ਹਾਂ। ਸੋ ਇੱਥੇ ਸਾਨੂੰ ਗਿਵਨ ਹੈ ਪੌਦਿਆਂ ਦੇ ਹਿਸਾਬ ਨਾਲ ਉਹਨਾਂ ਦੀ ਜਿਹੜੀ ਫ੍ਰੀਕੁਐਂਸੀ ਹੈ, ਜੋ ਬਾਰੰਬਾਰਤਾ ਉਹ ਗਿਵਨ ਹੈ, ਉਸ ਨੂੰ ਅਸੀਂ FI ਨਾਲ ਡਿਨੋਟ ਕਰ ਲਿਆ। ਇਹਦਾ ਸਿੰਬਲ ਹੈ, ਤੁਸੀਂ ਯਾਦ ਰੱਖਣਾ ਹੈ। ਫਿਰ ਉਸ ਦੇ ਬਾਅਦ ਵਰਗ ਚਿੰਨ੍ਹ, ਇਸ ਦਾ ਸਿੰਬਲ ਹੁੰਦਾ ਹੈ XI। ਔਰ ਇਹਨੂੰ ਫਾਈਂਡ ਆਊਟ ਕਿੱਦਾਂ ਕਰਦੇ ਹਾਂ ਅਸੀਂ, ਆਹ 2 ਚੀਜ਼ਾਂ ਸਾਨੂੰ ਗਿਵਨ ਸੀ, ਇਹ 2 ਚੀਜ਼ਾਂ ਅਸੀਂ ਜੋ ਇਹਦੇ ਵਿੱਚ ਫਾਈਂਡ ਆਊਟ ਕਰਨੀਆਂ ਨੇ। ਇਹਨੂੰ ਕਿੱਦਾਂ ਫਾਈਂਡ ਆਊਟ ਕਰਦੇ ਆ, ਉੱਪਰਲੀ ਵਰਗ ਸੀਮਾ ਪਲੱਸ ਹੇਠਲੀ ਵਰਗ ਸੀਮਾ ਬਟਾ 2। ਹੁਣ ਇਹ ਕੀ ਆ, ਦੇਖੋ ਜਦੋਂ ਅਸੀਂ ਆਹ ਚੀਜ਼ ਕਰ ਰਹੇ ਹਾਂ ਇਸ ਨੂੰ ਵਰਗ ਅੰਤਰਾਲ ਵੀ ਬੋਲ ਦਿੰਦੇ ਆ, ਕਲਾਸ ਮਤਲਬ ਇੰਟਰਵਲ ਬੋਲ ਦਿੰਦੇ ਆ। ਇਸ ਦੇ ਵਿੱਚ ਕੀ ਦਿੱਤਾ ਹੋਇਆ ਸਾਡੇ ਕੋਲ 0 ਤੋਂ 2, 2 ਤੋਂ 4, 4 ਤੋਂ 6, 6 ਤੋਂ 8 ਇਹ ਚੀਜ਼ ਦਿੱਤੀ ਹੋਈ ਹੈ। ਇਸ ਦੇ ਵਿੱਚ ਜਿਹੜਾ ਇੱਧਰ ਵਾਲਾ ਅੰਕ ਹੈ ਇਸ ਨੂੰ ਹੇਠਲੀ ਵਰਗ ਸੀਮਾ ਕਹਿੰਦੇ ਆ, ਅਤੇ ਜਿਹੜਾ ਇੱਧਰ ਵਾਲਾ ਅੰਕ ਹੈ ਇਸ ਨੂੰ ਉੱਪਰਲੀ ਵਰਗ ਸੀਮਾ ਕਹਿੰਦੇ ਆ। ਜਿਵੇਂ ਇਹਦੇ ਵਿੱਚ ਹੇਠਲੀ ਵਰਗ ਸੀਮਾ 2 ਹੈ ਅਤੇ ਉੱਪਰਲੀ ਵਰਗ ਸੀਮਾ ਕਿੰਨੀ ਹੈ, ਸਾਡੇ ਕੋਲ 4 ਹੈ। ਕੀ ਕਰਨਾ ਹੈ, ਵਰਗ ਚਿੰਨ੍ਹ ਕਿੱਦਾਂ ਕੱਢਣਾ ਹੈ, ਇਹਨਾਂ ਦੋਵਾਂ ਨੂੰ ਜੋੜ ਕੇ ਉਹਦਾ ਅੱਧ ਕਰ ਦੇਣਾ। ਜਿਵੇਂ ਸਾਡੇ ਕੋਲ ਪਹਿਲੇ ਨੰਬਰ 'ਤੇ 0 ਹੈ, 0 ਲਿਖ ਲਿਆ। 0 'ਤੇ ਜੋ ਸਾਡੇ ਕੋਲ ਉੱਪਰਲੀ ਵਰਗ ਸੀਮਾ ਉਹ ਕਿੰਨੀ ਹੈ, ਸਾਡੇ ਕੋਲ 2 ਹੈ,
ਤੇ ਬਟਾ ਕਿੰਨਾ ਕਰ ਦੇਣਾ ਅਸੀਂ 2 ਕਰ ਦੇਣਾ। 2 0 ਪਲੱਸ ਕੀਤੇ 2/2 ਸਾਡੇ ਕੋਲ ਕਿੰਨਾ ਆ ਜਾਏਗਾ 1 ਆ ਜਾਏਗਾ। ਇਸ ਕਰਕੇ ਅਸੀਂ ਪਹਿਲੇ ਨੰਬਰ ਤੇ ਇੱਥੇ ਕਿੰਨਾ ਲਿਖ ਲਿਆ 1 ਲਿਖ ਲਿਆ। ਫਿਰ ਸਾਡੇ ਕੋਲ ਕੀ ਹੈ 2 ਤੇ 4 ਹੈ, ਦੋਵਾਂ ਨੂੰ ਪਲੱਸ ਕੀਤਾ 2 ਤੇ 4 ਕਿੰਨੇ ਹੋ ਗਏ 6। ਫਿਰ ਇਸ ਦਾ ਅਸੀਂ ਅੱਧ ਕਰਨਾ ਹੈ 6/2 6 ਦਾ ਅੱਧ ਕੀਤਾ ਸਾਡੇ ਕੋਲ ਕਿੰਨਾ ਆ ਗਿਆ 3 ਆ ਗਿਆ। ਇਸ ਤਰ੍ਹਾਂ 6 4 10 ਸਾਡੇ ਕੋਲ ਕਿੰਨਾ ਆ ਜਾਏਗਾ 5 ਆ ਜਾਏਗਾ। ਅਸੀਂ ਇਹਨੂੰ ਕਰਾਂਗੇ ਤੇ ਸਾਡੇ ਕੋਲ 1 3 5 7 9 11 13 ਆ ਜਾਏਗਾ ਇਹਦੇ ਵਿੱਚ। ਉਸ ਦੇ ਬਾਅਦ ਜੋ ਅਗਲਾ ਕਾਲਮ ਸਾਡੇ ਕੋਲ ਬਣਨਾ ਹੈ ਉਹ ਹੁੰਦਾ ਹੈ FI XI ਦਾ। ਇਹਦਾ ਕੀ ਮਤਲਬ ਹੈ FI ਮੀਨਸ ਜੋ ਇਹ ਫ੍ਰੀਕੁਐਂਸੀ ਵਾਲੀਆਂ ਬਾਰੰਬਾਰਤਾ ਵਾਲੇ ਮੁੱਲ ਨੇ ਉਹਨਾਂ ਨੂੰ ਅਸੀਂ ਵਰਗ ਚਿੰਨ੍ਹ ਵਾਲੇ ਉਹਨਾਂ ਦੇ ਕੋਰਸਪੋਂਡਿੰਗ ਜੋ ਸਾਹਮਣੇ ਵਾਲੇ ਮੁੱਲ ਹੈ ਉਹਨਾਂ ਦੇ ਨਾਲ ਕੀ ਕਰਨਾ ਹੈ ਗੁਣਾ ਕਰ ਦੇਣਾ। 1 ਨੂੰ 1 ਨਾਲ ਗੁਣਾ, 2 ਨੂੰ 3 ਨਾਲ ਗੁਣਾ, 1 ਨੂੰ 5 ਨਾਲ ਗੁਣਾ, ਇਹ ਕਰਨੀ ਅਸੀਂ। 1 ਨੂੰ 1 ਨਾਲ ਕੀਤਾ 1 ਆ ਗਿਆ ਸਾਡੇ ਕੋਲ, 2 ਨੂੰ 3 ਨਾਲ ਗੁਣਾ 6, 1 ਨੂੰ 5 ਨਾਲ ਗੁਣਾ 5, 5 ਨੂੰ 7 ਨਾਲ ਗੁਣਾ 35। ਇਹਨਾਂ ਨੂੰ ਅਸੀਂ ਗੁਣਾ ਕਰੀ ਗਏ ਹਾਂ। ਠੀਕ ਹੈ, ਇਸ ਦਾ ਮਤਲਬ ਹੈ ਜਦੋਂ ਵੀ ਅਸੀਂ ਤੁਹਾਨੂੰ ਪਤਾ ਹੈ ਕਿ ਚੱਲ ਅਸੀਂ ਇਕੱਠੇ ਲਿਖਦੇ ਹਾਂ ਤਾਂ ਆਪਸ 'ਚ ਕੀ ਹੁੰਦੇ ਨੇ ਮਲਟੀਪਲਾਈ ਹੁੰਦੇ ਆ। ਅਸੀਂ ਇਹਨਾਂ ਨੂੰ ਆਪਸ 'ਚ ਕੀ ਕਰਨਾ ਇੱਕ ਦੂਜੇ ਨਾਲ ਗੁਣਾ ਕਰ ਦੇਣੀ ਆ ਕਿਉਂਕਿ ਇਹ ਸਾਡੇ ਫਾਰਮੂਲੇ ਦੇ ਵਿੱਚ ਆਏਗਾ। ਇਹਨਾਂ ਨੂੰ ਗੁਣਾ ਕਰਤਾ। ਉਸ ਦੇ ਬਾਅਦ ਕੀ ਕਰਨਾ ਹੈ ਮੈਂ ਫਾਰਮੂਲੇ ਵੱਲ ਆ ਜਾਵਾਂ। ਪਹਿਲਾਂ ਫਾਰਮੂਲਾ ਕੀ ਹੁੰਦਾ ਪ੍ਰਤੱਖ ਵਿਧੀ ਦੇ ਵਿੱਚ x ਬਾਰ ਮੀਨਸ ਮੱਧਮਾਨ। ਮੱਧਮਾਨ ਦਾ ਸਿੰਬਲ ਕਹਿ ਲਓ x ਬਾਰ ਹੁੰਦਾ। ਵੈਸੇ ਅਸੀਂ ਜਿਹੜੀ ਚੀਜ਼ ਸਾਨੂੰ ਪਤਾ ਨਹੀਂ ਹੁੰਦੀ ਤੇ ਤੁਹਾਨੂੰ ਪਤਾ ਹੀ ਅਸੀਂ ਉਹਨੂੰ x ਮੰਨ ਲੈਂਦੇ ਹਾਂ। ਇੱਥੇ ਵੀ ਅਸੀਂ ਇਹਦਾ ਸਿੰਬਲ ਜੋ ਹੈ ਮੱਧਮਾਨ ਦਾ ਉਹ ਕੀ ਰੱਖਿਆ ਹੋਇਆ x ਬਾਰ ਰੱਖਿਆ ਹੋਇਆ। ਇਹਦੀ ਨੋਟੇਸ਼ਨ ਹੈ ਇਹ ਬਰਾਬਰ ਹੁੰਦਾ ਇਹ ਸਾਈਨ ਆ ਰਿਹਾ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਈ ਪਾਈ ਹੋਈ ਹੈ ਇਹਨਾਂ ਨੇ। ਇਸ ਨੂੰ ਸਮੇਸ਼ਨ ਬੋਲ ਦਿੰਦੇ ਆ। ਠੀਕ ਹੈ, ਇਹਨੂੰ ਈ ਨਹੀਂ ਪਾਣਾ, ਇਹਨੂੰ ਇੱਦਾਂ ਹੀ ਪਾਣਾ ਹੈ ਔਰ ਇਸ ਸਿੰਬਲ ਦਾ ਨਾਮ ਹੈ ਸਮੇਸ਼ਨ। ਇਸ ਦਾ ਕੀ ਮਤਲਬ ਹੁੰਦਾ ਹੈ FI XI ਦੇ ਵਿੱਚ ਜਿਹੜੇ ਵੀ ਮੁੱਲ ਆਏ ਸੀ ਉਹਨਾਂ ਸਾਰਿਆਂ ਨੂੰ ਜੋੜ ਕਰ ਦਿਓ। ਜਿੱਥੇ ਕਿਤੇ ਸਮੇਸ਼ਨ ਲੱਗ ਗਿਆ ਉਸ ਦਾ ਮਤਲਬ ਹੈ ਇਹ ਜੋ ਸਾਰੀਆਂ ਵੈਲਿਊ ਸੀਗੀਆਂ ਇਹਨਾਂ ਸਾਰਿਆਂ ਨੂੰ ਅਸੀਂ ਜੋੜ ਕਰਕੇ ਲਿਖਣਾ ਹੈ। ਠੀਕ ਹੈ, ਉਸੇ ਥੱਲੇ ਕੀ ਲਿਖਿਆ ਹੋਇਆ ਸਮੇਸ਼ਨ FI ਦੇ ਜਿੰਨੇ ਵੀ ਮੁੱਲ ਹੈ ਸਾਰਿਆਂ ਨੂੰ ਅਸੀਂ ਪਲੱਸ ਕਰ ਦੇਣਾ। FI ਦੇ ਜਿੰਨੇ ਵੀ ਮੁੱਲ ਸੀ ਸਾਰਿਆਂ ਨੂੰ ਅਸੀਂ ਪਲੱਸ ਕੀਤਾ। ਪਲੱਸ ਕਰਕੇ ਸਾਡੇ ਕੋਲ ਇੱਥੇ 20 ਆਇਆ, ਇੱਥੇ ਸਾਡੇ ਕੋਲ ਕਿੰਨਾ ਆਇਆ 162 ਆ ਗਿਆ। ਤੇ ਫਾਰਮੂਲਾ ਗਿਵਨ ਹੈ ਤੁਹਾਡੇ ਕੋਲ। ਤੁਸੀਂ ਕੀ ਕਰਨਾ ਇੱਥੇ ਵੈਲਿਊ ਪੁੱਟ ਕਰਨੀ ਹੈ। ਸਮੇਸ਼ਨ FI XI ਦੀ ਜਗ੍ਹਾ ਤੇ ਅਸੀਂ 162 ਪੁੱਟ ਕਰ ਦੇਣਾ ਹੈ ਤੇ ਸਮੇਸ਼ਨ FI ਦੀ ਜਗ੍ਹਾ ਤੇ ਅਸੀਂ 20 ਪੁੱਟ ਕਰ ਦੇਣਾ ਹੈ। ਤੇ ਤੁਸੀਂ 162 ਨੂੰ 20 ਦੇ ਨਾਲ ਭਾਗ ਕਰੋਗੇ ਤੇ ਸਾਡੇ ਕੋਲ ਕਿੰਨਾ ਆਏਗਾ 8.1 ਆ ਜਾਏਗਾ। ਸੋ ਇਸ ਦਾ ਮਤਲਬ ਮੱਧਮਾਨ ਕਿੰਨਾ ਹੋ ਜਾਏਗਾ ਸਾਡੇ ਕੋਲ 8.1। ਇਹ ਸੀਗੀ ਸਾਡੇ ਕੋਲ ਪ੍ਰਤੱਖ ਵਿਧੀ। ਹੁਣ ਮੈਂ ਜੋ ਨੈਕਸਟ ਦੱਸਣ ਜਾ ਰਿਹਾ ਉਹ ਹੈ ਮੇਰੇ ਕੋਲ ਪਗ ਵਿਚਲਨ ਵਿਧੀ। ਜੋ ਮੈਂ ਤੁਹਾਨੂੰ ਪਹਿਲਾਂ ਫਾਰਮੂਲਾ ਦੱਸਿਆ ਸੀ ਇਹ ਵਾਲੀ ਵਿਧੀ ਹੈ ਪਗ ਵਿਚਲਨ ਵਿਧੀ। ਸਟੈਪ ਡੈਵੀਏਸ਼ਨ ਮੈਥਡ ਕਹਿੰਦੇ ਆ। ਠੀਕ ਹੈ, ਜਦੋਂ ਅਸੀਂ ਕੁਐਸਚਨ ਕਰਾਂਗੇ ਤਾਂ ਤੁਹਾਨੂੰ ਇਹ ਸਿੰਬਲ ਜਿਹੜੇ ਆ ਜੋ ਵੀ ਅਸੀਂ ਇਹਦੇ 'ਚ ਯੂਜ਼ ਕੀਤੇ ਹੋਏ ਆ ਉਹ ਤੁਹਾਨੂੰ ਕਲੀਅਰ ਹੋ ਜਾਣਗੇ। ਪਹਿਲੇ ਕੁਐਸਚਨ ਨੂੰ ਰੀਡ ਆਊਟ ਕਰ ਲਈਏ। ਕੁਐਸਚਨ ਕੀ ਹੈ ਕਿਸੇ ਫੈਕਟਰੀ ਦੇ 50 ਮਜ਼ਦੂਰਾਂ ਦੀ ਰੋਜ਼ਾਨਾ ਮਜ਼ਦੂਰੀ ਦੇ ਹੇਠਾਂ ਲਿਖੀ ਵੰਡ ਸਾਰਣੀ ਉੱਤੇ ਵਿਚਾਰ ਕਰੋ। ਇਹ ਫੈਕਟਰੀ ਦੇ 50 ਮਜ਼ਦੂਰ ਨੇ ਔਰ ਉਹਨਾਂ ਦੀ ਮਜ਼ਦੂਰੀ ਜਿਹੜੀ ਹੈ ਉਹਦੇ ਬਾਰੇ ਲਿਖਿਆ ਹੋਇਆ। ਪੈਸੇ ਉਹਨਾਂ ਨੂੰ ਕਿੰਨੇ ਮਿਲ ਰਹੇ ਆ ਇਹ ਟੇਬਲ ਬਣਿਆ ਹੋਇਆ ਕੁਐਸਚਨ ਦੇ ਵਿੱਚ। ਇੱਦਾਂ ਹੀ ਤੁਹਾਨੂੰ ਮਤਲਬ ਆਏਗਾ 100 ਤੋਂ 120, 120 ਤੋਂ 140 ਇਸ ਤਰ੍ਹਾਂ ਇਹ ਜਿਹੜੀ ਸੀਰੀਜ਼ ਬਣੀ ਹੋਈ। ਇਹਦਾ ਕੀ ਮਤਲਬ ਹੈ 100 ਤੋਂ 120 ਦੇ ਵਿੱਚ ਜਿੰਨੇ ਪੈਸੇ ਲੈਣ ਵਾਲੇ ਮਜ਼ਦੂਰ ਆ ਉਹ ਕਿੰਨੇ ਨੇ 12 ਨੇ। 120 ਰੁਪਏ ਤੋਂ 140 ਦੇ ਵਿੱਚ ਜਿੰਨੇ ਮਜ਼ਦੂਰ ਪੈਸੇ ਲੈ ਰਹੇ ਨੇ ਉਹ ਕਿੰਨੇ ਨੇ ਸਾਡੇ ਕੋਲ 14 ਨੇ। ਇਸ ਤਰ੍ਹਾਂ ਇਹ 8 ਨੇ 6 ਨੇ ਤੇ 10 ਨੇ। ਠੀਕ ਹੈ, ਕੁਐਸਚਨ ਹੈ ਇਸ ਦੇ ਵਿੱਚ ਇੱਕ ਸਹੀ ਵਿਧੀ ਦਾ ਪ੍ਰਯੋਗ ਕਰਦੇ ਹੋਏ ਇਸ ਫੈਕਟਰੀ ਦੇ ਮਜ਼ਦੂਰਾਂ ਦੀ ਮੱਧਮਾਨ ਰੋਜ਼ਾਨਾ ਮਜ਼ਦੂਰੀ ਪਤਾ ਕਰੋ। ਇੱਥੇ ਉਹਨਾਂ ਨੇ ਵਿਧੀ ਬਾਰੇ ਕੁਝ ਨਹੀਂ ਕਿਹਾ। ਅਸੀਂ ਇੱਥੇ ਪ੍ਰਤੱਖ ਵੀ ਲਾ ਸਕਦੇ ਹਾਂ ਪਰ ਪ੍ਰਤੱਖ ਬਾਰੇ ਤੁਹਾਨੂੰ ਆਈਡੀਆ ਹੋ ਗਿਆ ਹੈ ਕਿ ਉਹ ਕਿਸ ਤਰ੍ਹਾਂ ਕਰਨਾ। ਇਸ ਕਰਕੇ ਮੈਂ ਹੁਣ ਦੂਸਰੀ ਵਿਧੀ ਹੈ ਜੋ ਪਗ ਵਿਚਲਨ ਵਿਧੀ ਉਹਦੇ ਨਾਲ ਇਸ ਕੁਐਸਚਨ ਨੂੰ ਜਿਹੜਾ ਤੁਹਾਡੇ ਸਾਹਮਣੇ ਅਟੈਂਪਟ ਕਰਨ ਦੀ ਕੋਸ਼ਿਸ਼ ਕਰੂੰਗਾ। ਠੀਕ ਹੈ, ਦੇਖੋ ਪਹਿਲਾਂ ਅਸੀਂ ਜੋ ਸਾਨੂੰ ਗਿਵਨ ਸੀਗਾ ਇਹ ਜੋ 2 ਰੋਜ਼ ਗਿਵਨ ਸੀ ਇਹਨੂੰ ਅਸੀਂ ਕਾਲਮ ਵਾਈਜ਼ ਇਸ ਤਰ੍ਹਾਂ ਲਿਖ ਲਿਆ। ਮਜ਼ਦੂਰੀ ਹੋ ਗਈ 100 ਤੋਂ 120, 140 ਉਹ ਅਸੀਂ ਸਾਰਾ ਲਿਖ ਲਿਆ। ਫਿਰ ਉਸ ਦੇ ਬਾਅਦ ਸਾਡੇ ਕੋਲ ਆ ਗਿਆ ਮਜ਼ਦੂਰਾਂ ਦੀ ਸੰਖਿਆ। ਮਜ਼ਦੂਰਾਂ ਦੀ ਸੰਖਿਆ ਕੀ ਹੋ ਗਈ ਸਾਡੇ ਕੋਲ ਬਾਰੰਬਾਰਤਾ ਫ੍ਰੀਕੁਐਂਸੀ ਹੋ ਗਈ। ਇਸ ਨੂੰ ਅਸੀਂ FI ਦੇ ਸਿੰਬਲ ਨਾਲ ਲਿਖ ਲਿਆ। ਫਿਰ ਅੱਗੇ ਕੀ ਬਣਨਾ ਇਹਦੇ ਵਿੱਚ ਅਗਲਾ ਜੋ ਕਾਲਮ ਬਣਨਾ ਸਾਡੇ ਕੋਲ
ਉਹ ਬਣਨਾ ਹੈ ਸਾਡੇ ਕੋਲ ਵਰਗ ਚਿੰਨ੍ਹ ਦਾ। ਮੈਂ ਤੁਹਾਨੂੰ ਪਿਛਲੇ ਕੁਐਸਚਨ 'ਚ ਵੀ ਦੱਸ ਚੁੱਕਿਆ ਕਿ ਵਰਗ ਚਿੰਨ੍ਹ ਜਿਹੜਾ ਉਹ ਕਿਸ ਤਰ੍ਹਾਂ ਫਾਈਂਡ ਆਊਟ ਕਰੀਦਾ, ਹੇਠਲੀ ਸੀਮਾ ਤੇ ਉੱਪਰਲੀ ਸੀਮਾ। ਠੀਕ ਹੈ, ਹੇਠਲੀ ਵਰਗ ਸੀਮਾ, ਉੱਪਰਲੀ ਵਰਗ ਸੀਮਾ। ਹੇਠਲੀ ਵਰਗ ਸੀਮਾ ਇੱਥੇ 100 ਹੈ, ਉੱਪਰਲੀ ਵਰਗ ਸੀਮਾ ਇੱਥੇ 120 ਹੈ। ਇਹਨਾਂ ਦੋਵਾਂ ਨੂੰ ਪਲੱਸ ਕਰਕੇ 2 ਨਾਲ ਕੀ ਕਰੀਦਾ, ਭਾਗ ਕਰ ਦੇਈਦਾ। 100 ਤੇ 120 ਨੂੰ ਪਲੱਸ ਕਰਕੇ 2 ਨਾਲ ਭਾਗ ਕਰਾਂਗੇ ਤੇ ਸਾਡੇ ਕੋਲ ਕਿੰਨਾ ਆਏਗਾ, 110 ਆਏਗਾ। ਤੁਸੀਂ ਇਹਨੂੰ ਸਾਈਡ ਤੇ ਕਰਕੇ ਵੀ ਦੇਖ ਸਕਦੇ ਹੋ। 100 ਪਲੱਸ 120 ਬਟਾ 2, ਇਹਨੂੰ ਤੁਸੀਂ ਪਲੱਸ ਕਰੋਗੇ ਤੇ ਬਣੇਗਾ ਸਾਡੇ ਕੋਲ 220 ਬਟਾ 2, ਤੇ ਇਹਨੂੰ ਅਸੀਂ ਭਾਗ ਕਰਾਂਗੇ 11 ਦੇ ਟੇਬਲ ਦੇ ਨਾਲ ਤੇ ਕਿੰਨਾ ਆ ਜਾਏਗਾ ਸਾਡੇ ਕੋਲ, 110 ਆ ਜਾਏਗਾ। ਸੋ ਇਸ ਤਰ੍ਹਾਂ 120 ਤੇ 140 ਨੂੰ ਪਲੱਸ ਕਰਕੇ ਬਟਾ 2 ਕਰਦੇ ਹਾਂ ਤੇ ਕਿੰਨਾ ਆਊਗਾ, 130 ਆਊਗਾ। ਇਸ ਤਰ੍ਹਾਂ ਸਾਡੇ ਕੋਲ 150, 170, 190 ਆ ਗਿਆ। ਠੀਕ ਹੈ, ਅਗਲਾ ਜੋ ਇਹਦੇ 'ਚ ਕਾਲਮ ਬਣਾਉਣਾ ਅਸੀਂ, ਉਹ ਬਣਾਉਣਾ ਹੈ UI। ਇਹ ਬਰਾਬਰ ਹੁੰਦਾ ਹੈ XI ਮਾਈਨਸ A ਬਟਾ H। ਦੇਖੋ ਹੁਣ ਸਾਰੀਆਂ ਚੀਜ਼ਾਂ ਦਾ ਮਤਲਬ ਤੁਹਾਨੂੰ ਇੱਥੇ ਕਲੀਅਰ ਹੋਏਗਾ। XI ਤੁਹਾਨੂੰ ਪਤਾ ਲੱਗ ਗਿਆ, ਵਰਗ ਚਿੰਨ੍ਹ ਹੈ। ਇਹ ਕੀ ਹੁੰਦਾ ਇਹਦੇ ਵਿੱਚ, ਇਹ ਸ਼ਬਦ ਨੂੰ ਬੋਲ ਦਿੰਦੇ ਆ ਅਜ਼ਿਊਮਡ ਮੀਨ ਜਾਂ ਕਾਲਪਨਿਕ ਮੱਧਮਾਨ ਕਹਿ ਦਿੰਦੇ ਆ। ਇੱਕ ਮੁੱਲ ਅਸੀਂ ਮੰਨ ਲੈਣਾ ਇਹਦੇ ਵਿੱਚ। ਉਹ ਕਿਹੜਾ ਮੰਨੀਦਾ ਹੈ, XI ਦੇ ਵਿੱਚ ਦੇਖੋ ਜਿਹੜੀਆਂ ਵੈਲਿਊਜ਼ ਤੁਹਾਨੂੰ ਦਿੱਤੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਸੈਂਟਰ ਵਾਲੀ ਵੈਲਿਊ ਕਿਹੜੀ ਹੈ। ਵੈਲਿਊਜ਼ ਦਿੱਤੀਆਂ ਹੋਈਆਂ ਨੇ 110, 130, 150, 170, 190 ਤੇ ਵਿਚਕਾਰਲੀ ਕਿਹੜੀ ਹੈ, ਦੇਖੋ ਔਡ ਨੰਬਰਸ ਨੇ, ਵਿਚਕਾਰ ਕੀ ਆਏਗਾ ਇਹਦੇ ਵਿੱਚ, 150 ਹੀ ਆਏਗਾ। ਠੀਕ ਹੈ, ਇਸ ਕਰਕੇ ਸਾਡੇ ਕੋਲ ਜਿਹੜਾ A ਆ, A ਦਾ ਮੁੱਲ ਕਿੰਨਾ ਹੋ ਜਾਏਗਾ, ਸਾਡੇ ਕੋਲ 150 ਹੋ ਜਾਏਗਾ। ਹੁਣ H ਕੀ ਹੈ ਇਹਦੇ ਵਿੱਚ, H ਨੂੰ ਕਹਿੰਦੇ ਆ ਵਰਗ ਮਾਪ। ਠੀਕ ਹੈ, ਮੈਂ ਥੱਲੇ ਲਿਖਿਆ ਹੋਇਆ ਵਰਗ ਮਾਪ। ਇਹ ਕਿਸ ਤਰ੍ਹਾਂ ਲੱਭੀਦਾ, ਇਹ ਹੁੰਦਾ ਹੈ ਇਹਨਾਂ ਦੇ ਵਿੱਚ ਕਿੰਨਾ ਕਿੰਨਾ ਫਰਕ ਹੈ, ਹੇਠਲੀ ਸੀਮਾ ਉੱਪਰਲੀ ਵਰਗ ਸੀਮਾ ਦੇ ਵਿੱਚ ਕਿੰਨਾ ਫਰਕ ਹੈ। ਫਿਰ ਇਹ ਤਾਂ ਸੇਮ ਹੀ ਰਹਿਣਾ। ਇੱਥੇ 100 ਤੇ 120 ਦੇ ਵਿੱਚ ਕਿੰਨਾ ਫਰਕ ਹੈ, ਸਾਡੇ ਕੋਲ 20 ਦਾ ਫਰਕ ਹੈ, ਅੱਗੇ ਵੀ 20 ਦਾ ਫਰਕ ਹੈ। ਇਸ ਦਾ ਮਤਲਬ ਜਿਹੜਾ ਸਾਡੇ ਕੋਲ H ਹੈ ਉਹ ਕਿੰਨਾ ਹੋ ਜਾਏਗਾ, ਫਿਰ 20 ਹੋ ਜਾਏਗਾ। ਤੁਹਾਨੂੰ ਇਹ ਦੋਨੋਂ ਵੈਲਿਊਜ਼ ਇਹਦੇ ਵਿੱਚ ਪਤਾ ਲੱਗ ਗਈਆਂ। ਹੁਣ ਇਹ ਤੁਸੀਂ ਦੋਨੋਂ ਵੈਲਿਊਜ਼ ਜਿਹੜੀਆਂ ਨੇ ਉਹ ਪੁੱਟ ਕਰਨੀਆਂ ਨੇ ਵੈਸੇ ਇਸ ਫਾਰਮੂਲੇ ਦੇ ਵਿੱਚ। UI ਬਰਾਬਰ XI ਮਾਈਨਸ A ਬਟਾ H। XI ਨੂੰ ਮੈਂ ਇੱਦਾਂ ਲਿਖਤਾ, A ਦੀ ਜਗ੍ਹਾ ਤੇ ਕਿੰਨਾ ਆ ਗਿਆ ਸਾਡੇ ਕੋਲ 150, ਤੁਹਾਨੂੰ ਦੱਸਿਆ ਸੀ ਵਿਚਕਾਰ ਵਾਲਾ, ਤੇ H ਦੀ ਜਗ੍ਹਾ ਤੇ ਕਿੰਨਾ ਆ ਜਾਏਗਾ ਸਾਡੇ ਕੋਲ, ਜਿੰਨਾ ਵਰਗ ਮਾਪ ਸੀ, ਜਿੰਨਾ ਇਹਨਾਂ 'ਚ ਫਰਕ ਸੀਗਾ ਉਹ ਕਿੰਨਾ ਸਾਡੇ ਕੋਲ 20 ਹੈ। ਠੀਕ ਹੈ, ਇੱਕ ਮੈਂ ਸੋਲਵ ਕੀਤਾ ਹੋਇਆ ਇਹਦੇ ਵਿੱਚ। ਦੇਖੋ XI ਦੀ ਜਗ੍ਹਾ ਤੇ ਕਿੰਨਾ ਪੁੱਟ ਕਰਾਂਗੇ, ਪਹਿਲੇ ਨੰਬਰ ਤੇ ਕੀ ਆ ਰਿਹਾ ਸਾਡੇ ਕੋਲ 110, ਇੱਥੇ 110 ਆ ਗਿਆ, ਮਾਈਨਸ 150 ਬਟਾ 20। ਇਹਨੂੰ ਤੁਸੀਂ ਹੱਲ ਕਰਨਾ ਹੈ। 110 ਦੇ ਵਿੱਚੋਂ 150 ਮਾਈਨਸ ਕੀਤੇ ਤੇ ਕਿੰਨੇ ਹੋ ਗਏ ਸਾਡੇ ਕੋਲ, ਮਾਈਨਸ ਦੇ 40 ਬਟਾ 20। 20 ਨੂੰ 40 ਨਾਲ ਕੱਟਿਆ ਤੇ ਕਿੰਨਾ ਆ ਗਿਆ ਸਾਡੇ ਕੋਲ, ਮਾਈਨਸ ਦੇ 2 ਆ ਗਏ। ਠੀਕ ਹੈ ਜੀ, ਨੈਕਸਟ ਇਹੀ ਚੀਜ਼ ਅਸੀਂ ਨੈਕਸਟ ਫਿਰ ਅਪਲਾਈ ਕਰਨੀ ਹੈ ਇਸ ਵੈਲਿਊ ਦੇ ਲਈ। ਇਹ ਸਾਡੇ ਕੋਲ ਇਹਦੇ ਹਿਸਾਬ ਨਾਲ ਇੱਕ ਵੈਲਿਊ ਆ ਗਈ -2। ਫਿਰ ਅਗਲੀ ਵਾਰੀ ਕੀ ਕਰਨਾ, ਅਸੀਂ XI ਦੀ ਜਗ੍ਹਾ ਤੇ ਕਿੰਨਾ ਪੁੱਟ ਕਰਾਂਗੇ, 130 ਪੁੱਟ ਕਰ ਦਾਂਗੇ। 130 ਮਾਈਨਸ 150 ਬਟਾ 20। ਇਹਨੂੰ ਜੇ ਮੈਂ ਕਰਾਂ 130 ਮਾਈਨਸ 150 ਤੇ ਬਟਾ ਕਿੰਨਾ ਸੀ ਸਾਡੇ ਕੋਲ, 20 ਸੀਗਾ। ਇਹਨੂੰ ਮਾਈਨਸ ਕਰੋਗੇ ਤੁਸੀਂ ਤੇ ਕਿੰਨਾ ਆਊਗਾ, ਮਾਈਨਸ 20 ਆਊਗਾ ਬਟਾ 20। ਇਹਨੂੰ ਅਸੀਂ ਕੈਂਸਲ ਕਰਾਂਗੇ ਤੇ ਕਿੰਨਾ ਆ ਜਾਏਗਾ ਸਾਡੇ ਕੋਲ, ਮਾਈਨਸ ਦਾ 1 ਆ ਜਾਊਗਾ। ਇਸ ਕਰਕੇ ਅਸੀਂ ਇੱਥੇ -1 ਲਿਖਤਾ। ਫਿਰ ਦੇਖੋ ਨੈਕਸਟ XI ਦੀ ਜਗ੍ਹਾ ਤੇ ਅਸੀਂ ਕਿੰਨਾ ਪੁੱਟ ਕੀਤਾ ਹੁਣ, 150। ਇੱਥੇ ਵੀ 150 ਚੋਂ 150 ਮਾਈਨਸ ਕੀਤਾ ਤੇ 0 ਹੋ ਗਿਆ। 0 ਨੂੰ 20 ਨਾਲ ਭਾਗ ਕੀਤਾ ਤੇ ਸਾਡੇ ਕੋਲ ਕੀ ਆ ਗਿਆ, ਫਿਰ 0 ਹੀ ਆ ਗਿਆ। ਅੱਗੇ 170 ਭਰਾਂਗੇ, ਇੱਥੇ 117 ਚੋਂ 150 ਮਾਈਨਸ ਕੀਤੇ 20 ਬਟਾ 20 1 ਆ ਗਿਆ। ਇਸ ਤਰ੍ਹਾਂ 190 ਭਰਿਆ ਸਾਡੇ ਕੋਲ ਕਿੰਨਾ ਆ ਜਾਏਗਾ, 2 ਆ ਜਾਏਗਾ। ਔਰ ਇਹ ਜੋ ਅਸੀਂ ਕੈਲਕੂਲੇਸ਼ਨ ਇਹ ਸਾਰੀ ਕੀਤੀ ਹੈ ਇਸ ਨੂੰ UI ਬੋਲ ਦਿੰਦੇ ਆ। ਫਿਰ ਅਗਲਾ ਸਟੈਪ ਕੀ ਹੈ, ਅਗਲਾ ਕਾਲਮ ਬਣਨਾ ਸਾਡੇ ਕੋਲ FI UI ਦਾ। ਮਤਲਬ FI ਵਾਲੇ ਫ੍ਰੀਕੁਐਂਸੀ ਵਾਲੇ ਜਿਹੜੇ ਵੀ ਮੁੱਲ ਸੀ ਉਹਨਾਂ ਨੂੰ ਉਹਦੇ ਕੋਰਸਪੋਂਡਿੰਗ UI ਵਾਲੀਆਂ ਵੈਲਿਊਜ਼ ਦੇ ਨਾਲ ਅਸੀਂ ਕੀ ਕਰਨਾ ਹੈ, ਮਲਟੀਪਲਾਈ, ਗੁਣਾ ਕਰ ਦੇਣਾ। 12 ਨੂੰ -2 ਦੇ ਨਾਲ ਗੁਣਾ ਕੀਤਾ, ਕਿੰਨਾ ਹੋ ਗਿਆ ਸਾਡੇ ਕੋਲ, ਮਾਈਨਸ ਦੇ 24 ਹੋ ਗਏ।